ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਪਹਿਲਾ ਦਾ ਭਾਗ 3 ਪੰਜਾਬ ਦਾ ਰਾਜਤੰਤਰ ਤੇ ਸਾਮਰਾਜ। ਕਾਂਡ 14 ਪੰਜਾਬ ਉੱਪਰ ਪੱਕਾ ਅਧਿਕਾਰ। ਕਾਂਗੜੇ ਉੱਪਰ ਅਧਿਕਾਰ ਤੇ ਗੋਰਖਿਆਂ ਨੂੰ ਬਾਹਰ ਕੱਢਣਾ। ਲਾਹੌਰ ਦੀ ਸੰਧੀ ਲੜਾਈ ਝਗੜੇ ਲਈ ਮਸ਼ਹੂਰ ਲੋਕਾਂ ਦੀਆਂ ਨਜ਼ਰਾਂ ਵਿੱਚ ਕੋਈ ਮਾਣ ਵਧਾਉਣ ਵਾਲੀ ਘਟਨਾ ਨਹੀਂ ਸੀ। ਖੁਸ਼ਕਿਸਮਤੀ ਨਾਲ ਅੰਗਰੇਜ਼ ਦੂਤ ਦੇ ਚਲੇ ਜਾਣ ਦੇ ਕੁਝ ਮਹੀਨਿਆਂ ਮਗਰੋਂ ਹੀ ਉਸ ਨੂੰ ਆਪਣੀ ਗੁਆਚੀ ਹੋਈ ਸ਼ਾਨ ਪ੍ਰਾਪਤ ਕਰਨ ਦਾ ਮੌਕਾ ਹੱਥ ਲੱਗਾ। ਸੰਸਾਰ ਚੰਦ, ਜੋ ਗੋਰਖਿਆਂ ਵਿਰੁੱਧ ਲੜਾਈ ਵਿੱਚ ਹਾਰ ਰਿਹਾ ਸੀ, ਉਸਨੇ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਦੋਵਾਂ ਨੂੰ ਸਹਾਇਤਾ ਦੀ ਬੇਨਤੀ ਕੀਤੀ। ਸੰਸਾਰ ਚੰਦ ਦੀ ਚਾਲ ਨੂੰ ਅਸਫਲ ਬਣਾਉਣ ਲਈ ਗੋਰਖਿਆਂ ਨੇ ਅੰਗਰੇਜ਼ਾਂ ਨੂੰ ਉਸ ਦੇ ਨਾਲ ਰਲ ਕੇ ਕਾਂਗੜੇ ਉੱਪਰ ਕਬਜ਼ਾ ਕਰਨ ਲਈ ਆਖਿਆ ਤੇ ਮਹਾਰਾਜੇ ਨੂੰ ਨਿਰਪੱਖ ਰਹਿਣ ਦੇ ਬਦਲੇ ਉਸਨੇ ਖਰਾਜ ਦੇਣ ਦੀ ਪੇਸ਼ਕਸ਼ ਕੀਤੀ। ਅੰਗਰੇਜ਼ਾਂ ਨੇ ਸੰਸਾਰ ਚੰਦ ਤੇ ਗੋਰਖਿਆਂ ਦੀ ਬੇਨਤੀ ਇਸ ਕਰਕੇ ਰੱਦ ਕਰ ਦਿੱਤੀ ਕਿ ਉਹ ਸਤਲੁਜ ਦੇ ਲਹਿੰਦੇ ਪਾਸੇ ਦੇ ਲੋਕਾਂ ਦੇ ਮਾਮਲੇ ਵਿੱਚ ਦਖਲ ਨਹੀਂ ਦੇ ਸਕਦੇ। ਦਰਬਾਰ ਨੇ ਸੰਸਾਰ ਚੰਦ ਦੀ ਇਸ ਆਧਾਰ ਤੇ ਵੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਕਿ ਕਾਂਗੜਾ ਪੰਜਾਬ ਦਾ ਭਾਗ ਸੀ, ਪਰ ਨਾਲ ਹੀ ਕਾਂਗੜੇ ਦਾ ਕਿਲ੍ਹਾ ਹਵਾਲੇ ਕਰ ਦੇਣ ਦੀ ਸ਼ਰਤ ਵੀ ਰੱਖੀ। ਸੰਸਾਰ ਚੰਦ ਨੇ ਇਹ ਸ਼ਰਤ ਪ੍ਰਵਾਨ ਕਰ ਲਈ ਤੇ ਦਰਬਾਰ ਦੀਆਂ ਸੈਨਾਵਾਂ ਨੇ ਤੁਰਤ ਹੀ ਗੋਰਖਿਆਂ ਦੀ ਨੇਪਾਲ ਵੱਲੋਂ ਆਉਂਦੀ ਰਸਦ ਸਮੱਗਰੀ ਤੇ ਸਹਾਇਤਾ ਸਮੱਗਰੀ ਰੋਕਣ ਲਈ ਮੋਰਚੇ ਸੰਭਾਲੇ। ਕਾਂਗੜਾ ਖੇਤਰ ਦੇ ਮੁਖੀ ਸਰਦਾਰਾਂ ਨੂੰ ਵੀ ਹੁਕਮ ਦੇ ਦਿੱਤਾ ਗਿਆ ਕਿ ਉਹ ਗੋਰਖਿਆਂ ਨੂੰ ਕੋਈ ਰਸਦ ਸਮਾਨ ਨਾ ਵੇਚਣ। ਮਹਾਰਾਜਾ ਕਾਂਗੜੇ ਦੇ ਕਿਲ੍ਹੇ ਉੱਪਰ ਕਬਜ਼ਾ ਕਰਨ ਲਈ ਕਾਂਗੜੇ ਪਹੁੰਚ ਗਿਆ। ਸੰਸਾਰ ਚੰਦ ਟਾਲ ਮਟੋਲ ਕਰਨ ਲੱਗ ਗਿਆ। ਉਸਨੇ ਇਕਰਾਰ ਕੀਤਾ ਕਿ ਜਦੋਂ ਹੀ ਗੋਰਖਿਆਂ ਨੂੰ ਕੱਢ ਦਿੱਤਾ ਗਿਆ, ਉਸ ਵੇਲੇ ਹੀ ਕਿਲ੍ਹਾ ਦਰਬਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ। ਮਹਾਰਾਜਾ ਸੰਸਾਰ ਚੰਦ ਦੀ ਚਾਲ ਵਿੱਚ ਆਉਣ ਵਾਲਾ ਨਹੀਂ ਸੀ ਤੇ ਉਸ ਨਾਲ ਵਾਦ ਵਿਵਾਦ ਕਰਨ ਦਾ ਸਮਾਂ ਵੀ ਨਹੀਂ ਸੀ। ਉਸਨੇ ਸੰਸਾਰ ਚੰਦ ਦੇ ਪੁੱਤਰ ਅਨੁਰੋਧ ਚੰਦ ਨੂੰ, ਜੋ ਯਰਗਮਾਲ ਵਜੋਂ ਮਹਾਰਾਜੇ ਪਾਸ ਸੀ, ਮਹਾਰਾਜੇ ਨੇ ਕੈਦ ਵਿੱਚ ਸੁੱਟ ਦਿੱਤਾ। ਸੰਸਾਰ ਚੰਦ ਨੇ ਮਹਾਰਾਜੇ ਦੀ ਈਨ ਮੰਨ ਲਈ ਤੇ 24 ਅਗਸਤ 1809 ਈਸਵੀ ਨੂੰ ਦਰਬਾਰ ਦੀਆਂ ਸੈਨਾਵਾਂ ਕਿਲ੍ਹੇ ਵਿੱਚ ਦਾਖਲ ਹੋ ਗਈਆਂ। ਗੋਰਖਿਆਂ ਨੇ ਰਾਸ਼ਨ ਸਮੱਗਰੀ ਦੀ ਘਾਟ ਦੇ ਬਾਵਜੂਦ ਡਟ ਕੇ ਮੁਕਾਬਲਾ ਕੀਤਾ। ਜਦੋਂ ਉਹ ਸਰੀਰਕ ਤੌਰ ਤੇ ਲੜਾਈ ਲੜਨ ਦੇ ਸਮਰੱਥ ਨਾ ਰਹੇ ਤਾਂ ਪੰਜਾਬੀਆਂ ਨੇ ਉਹਨਾਂ ਤੇ ਇੱਕ ਜ਼ੋਰਦਾਰ ਹੱਲਾ ਬੋਲ ਦਿੱਤਾ। ਇਹ ਲੜਾਈ ਗਣੇਸ਼ ਘਾਟੀ ਦੀ ਪਹਾੜੀ ਤੇ ਲੜੀ ਗਈ ਸੀ। ਘੇਰੇ ਦੇ ਕਾਰਨ ਥੱਕੇ ਹੋਏ ਤੇ ਭੁੱਖਮਰੀ ਦੇ ਮਾਰੇ ਹੋਏ ਗੋਰਖੇ ਉਗੜ ਦੁਗੜੇ ਪਿੱਛੇ ਨੂੰ ਨੱਠ ਗਏ ਤੇ ਪੰਜਾਬ ਉੱਪਰ ਨੇਪਾਲੀ ਖਤਰਾ ਸਦਾ ਲਈ ਟਲ ਗਿਆ। ਮਹਾਰਾਜੇ ਨੇ ਕਾਂਗੜੇ ਦੇ ਕਿਲ੍ਹੇ ਅੰਦਰ ਸ਼ਾਹੀ ਦਰਬਾਰ ਲਗਾਇਆ। ਉਸ ਨੂੰ ਖਰਾਜਾਂ ਨਜ਼ਰਾਨੇ ਭੇਟ ਕਰਨ ਵਾਲਿਆਂ ਵਿੱਚ ਕਾਂਗੜਾ, ਚੰਬਾ, ਨੂਰਪੁਰ, ਕੋਟਲਾ, ਸ਼ਾਹਪੁਰ, ਜਸਰੋਟਾ, ਬਸ਼ੋਲੀ, ਮਨਕੋਟ, ਜਸਮਾ, ਮੰਡੀ, ਸਕੇਤ, ਕੁੱਲੂ ਤੇ ਦਤਾਰਪੁਰ ਦੇ ਰਾਜੇ ਸ਼ਾਮਲ ਸਨ। ਦੌਸਾ ਸਿੰਘ ਮਜੀਠੀਆ ਨੂੰ ਪਹਾੜੀ ਇਲਾਕਿਆਂ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਤੇ ਪਹਾੜ ਸਿੰਘ ਮਾਨ ਨੂੰ ਕਾਂਗੜੇ ਦਾ ਗਵਰਨਰ ਥਾਪਿਆ ਗਿਆ। ਇੱਕ ਵਾਰ ਫਿਰ ਮਹਾਰਾਜਾ ਆਪਣੇ ਲੋਕਾਂ ਦੇ ਸਾਹਮਣੇ ਆਉਣ ਜੋਗਾ ਹੋ ਗਿਆ ਸੀ। ਉਸ ਦੀ ਵਾਪਸੀ ਸਮੇਂ ਉਸਦੇ ਵਿਜਯੀ ਮਾਰਗ ਤੇ ਪੈਂਦੇ ਪਿੰਡਾਂ ਤੇ ਸ਼ਹਿਰਾਂ ਨੂੰ ਬੜੀ ਠਾਠ ਨਾਲ ਸਵਾਗਤ ਲਈ ਸਜਾਇਆ ਗਿਆ ਸੀ। ਉਹ ਜਨਵਰੀ 1810 ਦੇ ਸ਼ੁਰੂ ਵਿੱਚ ਅੰਮ੍ਰਿਤਸਰ ਪਹੁੰਚਿਆ। ਉਸ ਦੇ ਪਹੁੰਚਣ ਤੇ ਗੋਬਿੰਦਗੜ੍ਹ ਦੇ ਕਿਲ੍ਹੇ 'ਚੋਂ ਤੋਪਾਂ ਦੀ ਸਲਾਮੀ ਦਿੱਤੀ ਗਈ। ਰਾਤ ਸਮੇਂ ਉਹ ਦੀਪਮਾਲਾ ਨਾਲ ਸਜੇ ਬਾਜ਼ਾਰਾਂ ਵਿੱਚੋਂ ਦੀ ਹਰਿਮੰਦਰ ਸਾਹਿਬ ਪਹੁੰਚਿਆ, ਜਿੱਥੇ ਉਸਨੇ ਗੁਰੂ ਜੀ ਸਾਹਮਣੇ ਸ਼ੁਕਰਾਨਾ ਭੇਂਟ ਕੀਤਾ। ਖੁਸ਼ੀਆਂ ਦੇ ਇਹੋ ਨਜ਼ਾਰੇ ਰਾਜਧਾਨੀ ਵਿੱਚ ਵੀ ਵੇਖੇ ਗਏ। ਪਟਿਆਲੇ ਤੇ ਜੀਂਦ ਦੇ ਰਾਜਿਆਂ ਨੇ ਲਾਹੌਰ ਦਰਬਾਰ ਵਿੱਚ ਵਧਾਈ ਦੇਣ ਲਈ ਆਪਣੇ ਦੂਤ ਭੇਜੇ। ਉਸ ਦੀ ਕਿਸਮਤ ਨੂੰ ਥੋੜ੍ਹੇ ਸਮੇਂ ਲਈ ਲੱਗਾ ਗ੍ਰਹਿਣ ਖਤਮ ਹੋ ਗਿਆ। ਪੰਜਾਬ ਦਾ ਏਕੀਕਰਨ। ਕਾਂਗੜੇ ਦੀ ਜਿੱਤ ਪਿੱਛੋਂ ਦਰਬਾਰ ਨੇ ਰਾਜ ਦੀਆਂ ਹੱਦਾਂ ਅੰਦਰ ਸੁਤੰਤਰ ਰਿਆਸਤਾਂ ਵੱਲ ਮੂੰਹ ਕੀਤਾ। ਸਭ ਤੋਂ ਪਹਿਲਾਂ ਗੁਜਰਾਤ ਦੇ ਭੰਗੀ ਸਰਦਾਰ ਦੀ ਵਾਰੀ ਆਈ, ਜੋ ਆਪਣੇ ਪੁੱਤਰ ਨਾਲ ਲੜ ਪਿਆ ਸੀ। ਅੱਡੋ ਪਾਟੀ ਹੋਏ ਭੰਗੀਆਂ ਦੀ ਸੈਨਾ ਨੇ ਮਾਮੂਲੀ ਜਿਹੀ ਟੱਕਰ ਲਈ। ਬੁੱਢਾ ਭੰਗੀ ਸਰਦਾਰ ਪਹਾੜਾਂ ਵੱਲ ਨੱਠ ਗਿਆ ਤੇ ਪੁੱਤਰ ਨੇ ਵਫਾਦਾਰ ਬਣ ਕੇ ਰਹਿਣਾ ਪ੍ਰਵਾਨ ਕਰ ਲਿਆ। ਫਕੀਰ ਨੂਰ ਉਦ-ਦੀਨ ਨੇ ਗੁਜਰਾਤ ਤੇ ਭੰਗੀਆਂ ਦੇ ਸਾਰੇ ਕਿਲ੍ਹਿਆਂ ਉੱਪਰ ਦਰਬਾਰ ਦੇ ਹੁਕਮ ਅਤੇ ਨਾਮ ਉੱਪਰ ਕਬਜ਼ਾ ਕਰ ਲਿਆ। ਮਹਾਰਾਜੇ ਨੇ ਆਪ ਸ਼ਾਹਪੁਰ, ਮਿਆਨੀ ਤੇ ਭੇਰਾ ਦੇ ਥਰੀ ਖੇਤਰਾਂ ਤੇ ਬਲੋਚ ਕਬਾਇਲੀਆਂ ਨੂੰ ਫਤਿਹ ਕਰ ਲਿਆ। ਫਰਵਰੀ 1810 ਈਸਵੀ ਵਿੱਚ ਉਸਨੇ ਬਲੋਚ ਮੁਖੀ ਜਾਫਰ ਖਾਂ ਤੋਂ ਖੁਸ਼ਹਾਬ ਤੇ ਕੱਛ ਦਾ ਕਿਲ੍ਹਾ ਖੋਹ ਕੇ ਉਸ ਨੂੰ ਜ਼ਿੰਦਗੀ ਭਰ ਲਈ ਜਗੀਰ ਦੇ ਦਿੱਤੀ ਤੇ ਸ਼ਾਹੀਵਾਲ ਦੇ ਹਾਕਮ ਫਤਿਹ ਖਾਂ ਤੋਂ ਸ਼ਾਹੀਵਾਲ ਵੀ ਜਿੱਤ ਲਿਆ। ਜਦੋਂ ਰਣਜੀਤ ਸਿੰਘ ਬਲੋਚ ਕਬੀਲਿਆਂ ਨੂੰ ਆਪਣੇ ਅਧੀਨ ਕਰਨ ਵਿੱਚ ਲੱਗਾ ਹੋਇਆ ਸੀ ਤਾਂ ਉਸਦੇ ਜਰਨੈਲ ਰਾਜ ਦੇ ਸਾਰੇ ਪਾਸਿਆਂ ਵਿੱਚ ਖਿਲਰੀਆਂ ਹੋਈਆਂ ਰਿਆਸਤਾਂ ਨੂੰ ਦਰਬਾਰ ਦੇ ਅਧੀਨ ਕਰਨ ਲਈ ਫੈਲ ਗਏ ਸਨ। ਦੀਵਾਨ ਮੋਹਕਮ ਚੰਦ ਨੇ ਸਿੰਘਪੁਰੀਆ ਮਿਸਲ ਦੇ ਮੁਖੀ ਦੀਆਂ ਮਿਲਖਾਂ ਤੇ ਉਸਦੀ ਰਾਜਧਾਨੀ ਜਲੰਧਰ ਉੱਪਰ ਅਧਿਕਾਰ, ਜਿਸ ਦਾ ਮਾਮਲਾ ਸਾਲਾਨਾ 3 ਲੱਖ ਰੁਪਏ ਸੀ, ਤੇ ਕਰਕੇ ਦਰਬਾਰ ਸ਼ਾਮਲ ਕਰ ਲਿਆ। ਦੀਵਾਨ ਹੁਕਮ ਚੰਦ ਨੇ ਸਿੰਘਪੁਰੀਆ ਮਿਸਲ ਦੇ ਮੁਖੀ ਦੀਆਂ ਮਿਲਖਾਂ ਤੇ ਉਸਦੀ ਰਾਜਧਾਨੀ ਜਲੰਧਰ ਉੱਪਰ ਅਧਿਕਾਰ ਕਰਕੇ, ਜਿਸ ਦਾ ਮਾਮਲਾ ਸਾਲਾਨਾ 3 ਲੱਖ ਰੁਪਏ ਸੀ, ਦਰਬਾਰ ਵਿੱਚ ਸ਼ਾਮਲ ਕਰ ਲਿਆ। ਇਸ ਤੋਂ ਪਹਿਲਾਂ ਹੁਕਮਾ ਸਿੰਘ ਚਿਮਣੀ, ਜਿਸ ਨੇ ਜੰਮੂ ਨੂੰ ਦਰਬਾਰ ਦੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ, ਉਹ ਹੁਣ ਕੁਸ਼ਕ ਨੂੰ
ਅਧੀਨ ਕਰਨ ਲਈ ਮਹਾਰਾਜੇ ਨਾਲ ਜਾ ਮਿਲਿਆ, ਜਿਸ ਦਾ ਖਿਉੜੇ ਦੀਆਂ ਲੂਣ ਦੀਆਂ ਖਾਣਾਂ ਉੱਪਰ ਅਧਿਕਾਰ ਸੀ। ਦੇਸਾ ਸਿੰਘ ਮਜੀਠੀਆ, ਜਿਸ ਨੂੰ ਕਾਂਗੜੇ ਦਾ ਅਧਿਕਾਰੀ ਬਣਾ ਦਿੱਤਾ ਗਿਆ ਸੀ, ਉਸਨੇ ਮੰਡੀ ਤੇ ਸਕੇਤ ਦੀਆਂ ਗੁਆਂਢੀ ਰਿਆਸਤਾਂ 'ਤੇ ਕਬਜ਼ਾ ਕਰ ਲਿਆ। ਨੂਰ ਉਦੋਦੀਨ ਨੇ ਵਜ਼ੀਰਾਬਾਦ 'ਤੇ ਕਬਜ਼ਾ ਕਰ ਲਿਆ। ਇਹਨਾਂ ਤੂਫਾਨੀ ਮੁਹਿੰਮਾਂ ਵਿੱਚ ਜਿਹੜੇ ਇਲਾਕਿਆਂ ਉੱਪਰ ਅਧਿਕਾਰ ਕੀਤਾ ਗਿਆ, ਉਹਨਾਂ ਵਿੱਚ ਜੇਹਲਮ ਕਿਨਾਰੇ ਡਸਕਾ, ਹੱਲੋਵਾਲ ਤੇ ਮੰਗਲਾ ਸ਼ਾਮਲ ਸਨ, ਜਿਸ ਨਾਲ ਉੱਤਰੀ ਹਿਮਾਲਿਆ ਦੇ ਖੇਤਰਾਂ ਦਾ ਰਸਤਾ ਖੁੱਲ੍ਹ ਗਿਆ। ਫਿਰ ਨਕਈਆਂ ਦੀ ਵਾਰੀ ਆ ਗਈ, ਜੋ ਮਹਾਰਾਜੇ ਦੇ ਦੂਸਰੀ ਪਤਨੀ ਤੇ ਉਸਦੇ ਵਲੀ ਐਸ ਦੇ ਨਾਲ ਰਿਸ਼ਤੇਦਾਰੀ ਕਰਕੇ ਸੰਬੰਧੀ ਸਨ। ਨਕਈ ਸਰਦਾਰ ਕਾਹਨ ਸਿੰਘ ਨੂੰ ਸਾਲਾਨਾ 20,000 ਰੁਪਏ ਦੀ ਜਗੀਰ ਦੇ ਦਿੱਤੀ ਗਈ ਤੇ ਉਸਦੀ ਮਿਲਕ ਤੇ ਮਿਸਲ, ਜਿਸ ਵਿੱਚ ਚੂਨੀਆਂ, ਦੀਪਾਲਪੁਰ, ਸ਼ਰਕਪੁਰ ਤੇ ਕਮਾਲੀਆ ਸ਼ਾਮਲ ਸਨ, ਰਾਜ ਵਿੱਚ ਸ਼ਾਮਲ ਕਰ ਲਏ ਗਏ। ਸਦਾ ਕੌਰ ਦੀ ਕਨਈਆ ਮਿਸਲ ਨੂੰ ਅੰਸ਼ਕ ਰੂਪ ਵਿੱਚ ਗ੍ਰਹਿਣ ਲੱਗ ਗਿਆ। ਉਸ ਦੇ ਇਲਾਕੇ ਨੂੰ ਤਾਂ ਨਾ ਛੇੜਿਆ ਗਿਆ, ਪਰ ਉਸ ਦੇ ਦਿਓਰ ਦੇ ਬਿਆਸ ਦਰਿਆ ਨਾਲ ਲੱਗਦੇ ਇਲਾਕਿਆਂ 'ਤੇ ਦਰਬਾਰ ਦਾ ਅਧਿਕਾਰ ਹੋ ਗਿਆ। ਸ਼ਾਹ ਸੂਜ਼ਾ ਤੇ ਮੁਲਤਾਨ। ਮਹਾਰਾਜਾ ਉਸ ਵੇਲੇ ਖੁਸ਼ਾਬ ਦੇ ਕੋਲ ਹੀ ਸੀ ਜਦੋਂ ਇੱਕ ਏਲਚੀ ਸ਼ਾਹ ਸੂਜ਼ਾ ਦੇ ਪੰਜਾਬ ਪਹੁੰਚਣ ਦੀ ਖਬਰ ਲੈ ਕੇ ਆਇਆ। ਸ਼ਾਹ ਸੂਜ਼ਾ ਦੇ ਆਉਣ ਦਾ ਮਨੋਰਥ ਜਾਣਨ ਲਈ ਅਫਗਾਨਿਸਤਾਨ ਦੀ ਸਿਆਸਤ ਬਾਰੇ ਕੁਝ ਵਾਕਫੀਅਤ ਵੀ ਜ਼ਰੂਰੀ ਹੈ। ਅਫਗਾਨ ਸਾਮਰਾਜ ਦੀ ਗੱਦੀ ਦੇ ਵਾਰਿਸ ਬਣਨ ਦੇ ਤਾਂਗਵਾਨ ਅਹਿਮਦ ਸ਼ਾਹ ਦੇ 3 ਪੋਤਰੇ ਸ਼ਾਹ ਜ਼ਮਾਨ, ਸ਼ਾਹ ਸੂਜ਼ਾ ਤੇ ਸ਼ਾਹ ਮਹਿਮੂਦ ਸਨ, ਪਰੰਤੂ ਅਸਲੀ ਤਾਕਤ ਸਦੋਜ਼ਈ ਕਬੀਲੇ ਦੇ ਸ਼ਾਹੀ ਪਰਿਵਾਰ ਹੱਥੋਂ ਨਿਕਲ ਕੇ ਬਾਰਕਜ਼ ਕਬੀਲੇ ਦੇ ਮੁੱਖ ਮੰਤਰੀ ਵਜ਼ੀਰ ਫਤਿਹ ਖਾਨ ਦੇ ਹੱਥਾਂ ਵਿੱਚ ਚਲੀ ਗਈ ਸੀ। ਬਾਰਕਜ਼ਈ ਦੂਸਰੇ ਦੋਹਾਂ ਭਰਾਵਾਂ ਦੇ ਮੁਕਾਬਲੇ 'ਤੇ ਸ਼ਾਹ ਮਹਿਮੂਦ ਦੇ ਹੱਕ ਵਿੱਚ ਸਨ। ਸ਼ਾਹ ਜ਼ਮਾਨ, ਜਿਸ ਨੇ ਭਾਰਤ ਨੂੰ ਜਿੱਤਣ ਲਈ 4 ਹਮਲੇ ਕੀਤੇ ਸਨ, ਉਸ ਦਾ ਬਾਰਕਜ਼ਈਆਂ ਨੇ ਤਖਤਾ ਪਲਟ ਕੇ ਸ਼ਾਹ ਮਹਿਮੂਦ ਨੂੰ ਗੱਦੀ 'ਤੇ ਬਿਠਾ ਦਿੱਤਾ। ਮਹਿਮੂਦ ਨੇ ਸਦਾ ਲਈ ਰੰਗ ਮੰਚ ਤੋਂ ਲਾਂਭੇ ਰੱਖਣ ਲਈ ਸ਼ਾਹ ਜ਼ਮਾਨ ਦੀਆਂ ਅੱਖਾਂ ਕਢਵਾ ਦਿੱਤੀਆਂ। ਜ਼ਮਾਨ ਦੀ ਥਾਂ 'ਤੇ ਸ਼ਾਹ ਸੂਜ਼ਾ ਆ ਗਿਆ ਤੇ ਉਸਨੇ ਮਹਿਮੂਦ ਨੂੰ ਕਾਬਲ 'ਚੋਂ ਕੱਢ ਦਿੱਤਾ। ਜਦੋਂ ਲਾਰਡ ਮਿੰਟੋ ਨੇ ਸੰਭਾਵੀ ਫਰਾਂਸੀਸੀ ਹਮਲੇ ਵਿਰੁੱਧ ਗੱਠਜੋੜ ਕਰਨ ਲਈ ਆਪਣਾ ਦੂਤ ਕਾਬਲ ਭੇਜਿਆ ਸੀ, ਸੂਜ਼ਾ ਗੱਦੀ ਉੱਪਰ ਬੜੀ ਮਜ਼ਬੂਤੀ ਨਾਲ ਸਥਾਪਿਤ ਜਾਪਦਾ ਸੀ, ਪਰ ਅਜੇ ਇਲਫਿਨਸਟੋਨ ਨੇ ਮਸਾਂ ਹੀ ਕਾਬਲ ਵੱਲ ਆਪਣੀ ਕੰਡ ਕੀਤੀ ਸੀ ਕਿ ਬਾਰਕਜ਼ਈਆਂ ਨੇ ਸੂਜ਼ਾ ਨੂੰ ਕੱਢ ਕੇ ਆਪਣੇ ਨਾਮਜ਼ਦ ਮਹਿਮੂਦ ਨੂੰ ਗੱਦੀ 'ਤੇ ਬਿਠਾ ਦਿੱਤਾ। ਸੂਜ਼ਾ ਆਪਣੀ ਗੱਦੀ ਵਾਪਸ ਲੈਣ ਲਈ ਦਰਬਾਰ ਤੋਂ ਸਹਾਇਤਾ ਲੈਣ ਲਈ ਆਇਆ ਸੀ। ਮਹਾਰਾਜੇ ਤੇ ਸ਼ਾਹ ਸੂਜ਼ਾ ਵਿੱਚ ਮੁਲਾਕਾਤ ਸਮੇਂ ਕੀ ਵਾਪਰਿਆ, ਉਸ ਬਾਰੇ ਕੋਈ ਪੱਕੀ ਤੇ ਸਹੀ ਜਾਣਕਾਰੀ ਨਹੀਂ ਹੈ। ਜਾਪਦਾ ਹੈ ਕਿ ਸੂਜ਼ਾ ਕੇਵਲ ਪੰਜਾਬੀਆਂ ਤੋਂ ਇਹ ਆਸ ਰੱਖਦਾ ਸੀ ਕਿ ਉਹ ਉਸ ਨੂੰ ਕਾਬਲ ਦੇ ਤਖਤ 'ਤੇ ਹੀ ਨਾ ਬਿਠਾਉਣ, ਸਗੋਂ ਪੰਜਾਬ ਦੇ ਉਹ ਇਲਾਕੇ, ਖਾਸ ਕਰਕੇ ਮੁਲਤਾਨ ਲੈਣ ਦਾ ਵੀ ਉਹ ਚਾਹਵਾਨ ਸੀ ਜੋ ਅਫਗਾਨਾਂ ਨੇ ਮੁਗਲਾਂ ਤੋਂ ਖੋਏ ਸਨ। ਦੂਸਰੇ ਪਾਸੇ ਮਹਾਰਾਜਾ ਉਤਨਾ ਹੀ ਉਤਸੁਕ ਸੀ ਤੇ ਦਰਬਾਰ ਵੱਲੋਂ ਅਫਗਾਨਿਸਤਾਨ ਉੱਪਰ ਉਸ ਨੂੰ ਗੱਦੀ 'ਤੇ ਬਿਠਾਉਣ ਦਾ ਵਚਨ ਦੇਣ ਤੋਂ ਪਹਿਲਾਂ ਉਹ ਇਸ ਗੱਲ ਲਈ ਉਤਾਵਲਾ ਸੀ ਕਿ ਉਹ ਪੰਜਾਬ ਵਿੱਚ ਆਪਣੀਆਂ ਪਹਿਲਾਂ ਪ੍ਰਾਪਤ ਕੀਤੀਆਂ ਜਿੱਤਾਂ ਦਾ ਅਧਿਕਾਰ ਤਿਆਗ ਦੇਵੇ। ਇਸ ਵਿੱਚ ਕੋਈ ਹੈਰਾਨੀ ਨਹੀਂ ਸੀ ਕਿ ਸੂਜ਼ਾ ਤੁਰਤ ਵਿਦਾਇਗੀ ਲੈ ਕੇ ਪੇਸ਼ਾਵਰ ਵੱਲ ਪਿੱਛੇ ਹਟ ਗਿਆ। ਦਰਬਾਰ ਨੇ ਮੁਲਤਾਨ ਉੱਪਰ ਹਮਲਾ ਕਰਨ ਲਈ ਫੌਜ ਨੂੰ ਹੁਕਮ ਦੇ ਦਿੱਤਾ। ਮੁਜ਼ੱਫਰ ਖਾਂ ਬੜੀ ਤੀਬਰਤਾ ਤੇ ਬਦਹਵਾਸੀ ਨਾਲ ਅੰਗਰੇਜ਼ਾਂ ਨੂੰ ਸਹਾਇਤਾ ਲਈ ਬੇਨਤੀਆਂ ਕਰਨ ਲੱਗਾ। ਅੰਗਰੇਜ਼ਾਂ ਨੇ 1809 ਈਸਵੀ ਦੀ ਸੰਧੀ ਅਨੁਸਾਰ ਆਪਣੀ ਮਜਬੂਰੀ ਪ੍ਰਗਟ ਕੀਤੀ। ਦਰਬਾਰ ਦੀ ਸੈਨਾ ਨੇ ਸ਼ਹਿਰ ਦੇ 4 ਚੁਫੇਰੇ ਬਿਨਾਂ ਕਿਸੇ ਔਕਿਆਈ ਦੇ ਕਬਜ਼ਾ ਕਰ ਲਿਆ, ਪਰੰਤੂ ਵਿਸ਼ਾਲ ਕਿਲੇ ਦਾ ਤੋਪਾਂ ਕੁਝ ਨਾ ਵਿਗਾੜ ਸਕੀਆਂ। ਜ਼ਮਜ਼ਮਾ ਤੋਪ ਦਾ ਵੀ ਕਿਲੇ ਦੀ ਬੁਰਜਦਾਰ ਕੰਧ 'ਤੇ ਕੋਈ ਅਸਰ ਨਾ ਹੋਇਆ। ਪੰਜਾਬ ਦੇ ਥੋੜ੍ਹੇ ਸਮੇਂ ਦੀ ਠੰਡ ਪਿੱਛੋਂ ਗਰਮੀਆਂ ਤੇ ਹਨੇਰੀਆਂ ਦਾ ਮੌਸਮ ਆ ਗਿਆ, ਜਿਸ ਲਈ ਮੁਲਤਾਨ ਬੜਾ ਮਸ਼ਹੂਰ ਹੈ। ਮਹਾਰਾਜੇ ਨੂੰ ਗੁੱਸਾ ਆ ਗਿਆ ਤੇ ਉਸਨੇ ਕਾਹਲ, ਬੇਸਬਰੀ ਤੇ ਉਤਾਵਲਾ ਹੋ ਕੇ ਕਈ ਖਤਰੇ ਸਹੇੜ ਲਏ। ਇਸ ਬਦਲੇ ਉਸਦੇ ਅਫਸਰਾਂ ਤੇ ਸੈਨਿਕਾਂ ਨੂੰ ਆਪਣੀਆਂ ਜਾਨਾਂ ਵਾਰ ਕੇ ਮਹਿੰਗਾ ਮੁੱਲ ਭਰਨਾ ਪਿਆ। ਅਤਰ ਸਿੰਘ ਧਾਰੀ, ਨਿਹਾਲ ਸਿੰਘ ਅਟਾਰੀ ਵਾਲਾ ਬਹੁਤ ਸਖਤ ਜ਼ਖਮੀ ਹੋ ਗਏ। ਮੁਜ਼ੱਫਰ ਖਾਨ ਨੂੰ ਪਤਾ ਲੱਗ ਗਿਆ ਕਿ ਘੇਰਾ ਪਾਉਣ ਵਾਲੇ ਮੁਸ਼ਕਲਾਂ ਭਰੀ ਸਥਿਤੀ ਵਿੱਚ ਹਨ। ਉਸਨੇ ਤੁਰਤ ਹਮਲਾ ਕਰ ਦਿੱਤਾ, ਪਰੰਤੂ ਭਾਰੀ ਗਰਮੀ ਦੋਹਾਂ ਧਿਰਾਂ ਵਿੱਚ ਸਮਝੌਤੇ ਦਾ ਕਾਰਨ ਬਣੀ। ਮੁਜ਼ੱਫਰ ਖਾਨ ਨਾਮ ਮਾਤਰ ਖਰਾਜ ਦੇਣ ਲਈ ਸਹਿਮਤ ਹੋ ਗਿਆ ਤੇ ਮਹਾਰਾਜੇ ਨੇ ਅਪ੍ਰੈਲ 1810 ਵਿੱਚ ਘੇਰਾ ਉਠਾ ਲਿਆ। 1810 ਦੇ ਅੰਤ ਤੱਕ ਸ਼ਾਹੀ ਪਰਿਵਾਰ ਪੰਜਾਬ ਦੀਆਂ ਦਹਿਲੀਜ਼ਾਂ 'ਤੇ ਆ ਪਹੁੰਚਿਆ। ਸ਼ਾਹ ਸੂਜ਼ਾ ਦੀ ਜਿੱਤ ਥੋੜ੍ਹ ਚਿਰੀ ਸੀ। ਵਜ਼ੀਰ ਫਤਿਹ ਖਾਂ ਫਿਰ ਮਹਿਮੂਦ ਨੂੰ ਗੱਦੀ 'ਤੇ ਬਿਠਾਉਣ ਵਿੱਚ ਸਫਲ ਹੋ ਗਿਆ। ਸੂਜ਼ਾ ਅਟਕ ਪਹੁੰਚ ਗਿਆ, ਜਿੱਥੋਂ ਦੇ ਗਵਰਨਰ ਜਹਾਂਦਾਦ ਖਾਨ ਨੇ ਉਸ ਨੂੰ ਸ਼ਰਨ ਦਿੱਤੀ। ਫਿਰ ਉਸ ਨੂੰ ਸ਼ੱਕ ਪੈਦਾ ਹੋ ਗਿਆ ਕਿ ਸੂਜ਼ਾ ਵਜ਼ੀਰ ਫਤਿਹ ਖਾਂ ਦਾ ਵਿਸ਼ਵਾਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਵਜ਼ੀਰ ਦਾ ਸਖਤ ਵਿਰੋਧੀ ਸੀ। ਉਸ ਨੂੰ ਸੰਗਲਾਂ ਵਿੱਚ ਜਕੜ ਕੇ ਸੁਰੱਖਿਅਤਾ ਵਾਸਤੇ ਕਸ਼ਮੀਰ ਦੇ ਗਵਰਨਰ ਅਤਾ ਮੁਹੰਮਦ ਖਾਂ ਕੋਲ ਭੇਜ ਦਿੱਤਾ। ਸੂਜ਼ਾ ਤੇ ਨੇ ਜ਼ਮਾਨ ਦੇ ਪਰਿਵਾਰਾਂ ਨੂੰ ਦਰਬਾਰ ਨੇ ਸ਼ਰਨ ਦਿੱਤੀ ਹੋਈ ਸੀ ਤੇ ਉਹ ਦਰਬਾਰ ਦੀ ਪੈਨਸ਼ਨ ਤੇ ਰਾਵਲਪਿੰਡੀ ਰਹਿ ਰਹੇ ਸਨ। ਜਦੋਂ ਮਹਾਰਾਜਾ ਤੇ ਉਹਦੇ ਅਧਿਕਾਰੀ ਪੰਜਾਬ ਨੂੰ ਇਕਮੁੱਠ ਕਰਨ ਵਿੱਚ ਲੱਗੇ ਹੋਏ ਸਨ, ਉਸ ਸਮੇਂ ਜ਼ਮਾਨ ਵਿਦੇਸ਼ੀ ਤਾਕਤਾਂ ਕੋਲ ਆਪਣੇ ਪਰਿਵਾਰ ਦੀ ਕਾਬਲ ਦੇ ਤਖਤ ਉੱਪਰ ਬਹਾਲੀ ਦੀ ਗੱਲਬਾਤ ਕਰਨ ਲਈ ਏਲਚੀ ਭੇਜ ਰਿਹਾ ਸੀ। ਦਰਬਾਰ ਨੂੰ ਇਸ ਪ੍ਰਵਾਸੀ ਸਰਕਾਰ ਨੂੰ ਆਪਣੀ ਸਰਜ਼ਮੀਨ 'ਤੇ ਆਇਆ ਵੇਖ ਕੇ ਜਦੋਂ ਕੁਝ ਉਲਝਣ ਤੇ ਪਰੇਸ਼ਾਨੀ ਅਨੁਭਵ ਹੋਈ ਤਾਂ ਅਫਗਾਨੀ ਪਰਿਵਾਰ ਨੂੰ ਲਾਹੌਰ ਤਬਦੀਲ ਕਰ ਦਿੱਤਾ ਗਿਆ। 1811 ਨਵੰਬਰ ਵਿੱਚ ਕਿਸੇ ਸਮੇਂ ਲਾਹੌਰ ਨੂੰ ਜਿੱਤਣ ਵਾਲਾ ਇੱਕ ਭਿਖਾਰੀ ਦੇ ਵਾਂਗੂ ਸ਼ਹਿਰ ਵਿੱਚ ਪਹੁੰਚਿਆ। ਉਸ ਦਾ ਬੜਾ ਸਤਿਕਾਰ ਕੀਤਾ ਗਿਆ। ਸਰਕਾਰੀ ਸੈਨਾ ਉਸ ਨੂੰ ਨਿਸ਼ਚਿਤ ਕੀਤੀ ਰਿਹਾਇਸ਼ ਤੇ ਸਤਿਕਾਰ ਨਾਲ
ਲੈ ਕੇ ਗਈ, ਜਿੱਥੇ ਮਹਾਰਾਜੇ ਨੇ ਉਸ ਦਾ ਆਪ ਸਵਾਗਤ ਕੀਤਾ। ਇੱਕੋ ਇੱਕ ਚੀਜ਼ ਜਿਹੜੀ ਉਸ ਸ਼ਾਹੀ ਸ਼ਰਨਾਰਥੀ ਦੇ ਮਨ ਦੀ ਬੇਚੈਨੀ ਵਧਾ ਰਹੀ ਸੀ, ਉਹ ਫਤਿਹ ਖਾਂ ਤੇ ਸ਼ਾਹ ਮਹਿਮੂਦ ਦੇ ਏਲਚੀ ਦਾ ਮਹਾਰਾਜੇ ਤੋਂ ਕਸ਼ਮੀਰ ਜਿੱਤਣ ਲਈ ਸਹਾਇਤਾ ਲੈਣ ਲਈ ਬੇਨਤੀ ਕਰਨ ਲਈ ਪਹੁੰਚਣਾ ਸੀ, ਜਿੱਥੇ ਪਹਿਲਾਂ ਸ਼ਾਹ ਸ਼ੁਜਾ ਨੂੰ ਕੈਦ ਕੀਤਾ ਗਿਆ ਸੀ। ਜਦੋਂ ਵਿਰੋਧੀ ਅਫਗਾਨ ਪਰਿਵਾਰ ਦਰਬਾਰ ਕੋਲ ਇੱਕ ਦੂਸਰੇ ਨਾਲ ਵੱਧ ਚੜ੍ਹ ਕੇ ਮਹਾਰਾਜੇ ਤੋਂ ਸਹਾਇਤਾ ਲੈਣ ਲਈ ਇਕਰਾਰ ਤੇ ਪੇਸ਼ਕਸ਼ਾਂ ਦੇ ਰਹੇ ਸਨ, ਉਸ ਸਮੇਂ ਮਹਾਰਾਜਾ ਆਪਣੇ ਪੁੱਤਰ ਤੇ ਵਾਰਿਸ ਖੜਕ ਸਿੰਘ ਦੇ ਵਿਆਹ ਵਿੱਚ ਪੂਰੀ ਤਰ੍ਹਾਂ ਰੁੱਝਾ ਹੋਇਆ ਸੀ। ਜਦੋਂ ਵਿਆਹ ਵੇਖਣ ਆਏ ਮਹਿਮਾਨ ਵਿਦਾ ਹੋ ਗਏ ਤਾਂ ਮਹਾਰਾਜੇ ਨੇ ਕਸ਼ਮੀਰ ਉੱਪਰ ਅਫਗਾਨ ਹਮਲੇ ਦੇ ਸੱਦੇ 'ਤੇ ਵਿਚਾਰ ਕੀਤੀ। ਵਜ਼ੀਰ ਫਤਿਹ ਖਾਂ ਵੱਲੋਂ ਭੇਜੇ ਗਏ ਦੂਤ ਨੇ ਪੇਸ਼ਕਸ਼ ਕੀਤੀ ਕਿ ਜੇ ਪੰਜਾਬੀ ਸੈਨਾ ਬਾਰਕਜ਼ਈ ਅਫਗਾਨਾਂ ਦੇ ਨਾਲ ਮਿਲ ਕੇ ਕਸ਼ਮੀਰ 'ਤੇ ਚੜ੍ਹਾਈ ਕਰੇ ਤਾਂ ਉਹਨਾਂ ਨੂੰ ਲੁੱਟ ਦਾ ਅੱਧ ਤੇ 9 ਲੱਖ ਸਾਲਾਨਾ ਕਰ ਦਿੱਤਾ ਜਾਇਆ ਕਰੇਗਾ। ਸ਼ਰਨਾਰਥੀ ਪਰਿਵਾਰ ਖਾਸ ਕਰਕੇ ਸ਼ਾਹ ਸ਼ੁਜਾ ਦੀ ਪਟਰਾਣੀ ਵਫਾ ਬੇਗਮ ਤੇ ਉਸਦੇ ਬੇਟੇ ਵਜ਼ੀਰ ਤੇ ਮਹਿਮੂਦ ਵੱਲੋਂ ਉਸਨੇ ਸ਼ਾਹ ਜ਼ਮਾਨ ਨੂੰ ਵੀ ਪਹਿਲਾਂ ਅੰਨਾ ਕੀਤਾ ਹੋਇਆ ਸੀ। ਸ਼ਾਹ ਸ਼ੁਜਾ ਦੀ ਗ੍ਰਿਫਤਾਰੀ ਦੀ ਸੰਭਾਵਨਾ ਬਾਰੇ ਸੋਚ ਕੇ ਭੈਭੀਤ ਹੋ ਗਏ। ਉਹਨਾਂ ਨੇ ਮੁਕਾਬਲੇ 'ਤੇ ਇੱਕੋ ਇੱਕ ਕੀਮਤੀ ਵਸਤੂ ਕੋਹਿਨੂਰ ਹੀਰਾ ਜੋ ਉਹਨਾਂ ਪਾਸ ਸੀ ਦੇਣ ਦੀ ਪੇਸ਼ਕਸ਼ ਕਰ ਦਿੱਤੀ। 1812 ਈਸਵੀ ਦੀ ਬਹਾਰ ਦੀ ਰੁੱਤ ਵਿੱਚ ਦਰਬਾਰ ਦੀਆਂ ਫੌਜਾਂ ਨੂੰ ਮੋਹਕਮ ਚੰਦ ਦੀ ਅਗਵਾਈ ਵਿੱਚ ਕਸ਼ਮੀਰ ਵੱਲ ਕੂਚ ਕਰਨ ਦਾ ਆਦੇਸ਼ ਦੇ ਦਿੱਤਾ ਗਿਆ। ਜੰਮੂ ਤੇ ਅਖਨੂਰ ਜੋ ਪਹਿਲਾਂ ਹੀ ਪੰਜਾਬ ਵਿੱਚ ਸ਼ਾਮਲ ਕਰ ਲਏ ਗਏ ਸਨ, ਉੱਥੇ ਰਸਦ ਭੰਡਾਰ ਜਮ੍ਹਾਂ ਕਰ ਲਏ ਗਏ। ਅਚਾਨਕ ਹਮਲਾ ਕਰਕੇ ਰਜੌਰੀ ਤੇ ਪਿੰਬਰ ਉੱਪਰ ਅਧਿਕਾਰ ਕਰ ਲਿਆ ਗਿਆ ਤੇ ਉੱਥੋਂ ਦੇ ਰਾਜਿਆਂ ਸੁਲਤਾਨ ਖਾਂ ਤੇ ਅਖੜ ਖਾਂ ਨੂੰ ਕੈਦ ਕਰਕੇ ਲਾਹੌਰ ਲਿਆਂਦਾ ਗਿਆ। ਗਰਮੀ ਦੀ ਰੁੱਤ ਤੱਕ ਜਦੋਂ ਕਸ਼ਮੀਰ ਉੱਪਰ ਹਮਲਾ ਕੀਤਾ ਜਾ ਸਕਦਾ ਸੀ, ਮੁਹਕਮ ਚੰਦ ਨੇ ਘਾਟੀ ਦੇ ਪੂਰਬੀ ਮਾਰਗਾਂ 'ਤੇ ਅਧਿਕਾਰ ਕਰ ਲਿਆ ਸੀ। ਉਸ ਸਮੇਂ ਬਾਰਕਜ਼ਈ ਦੂਤ ਨੂੰ ਕਾਬਲ ਜਾਣ ਲਈ ਵਿਦਾ ਕਰ ਦਿੱਤਾ ਗਿਆ ਸੀ। ਕੁਝ ਦਿਨ ਮਗਰੋਂ ਵਜ਼ੀਰ ਫਤਿਹ ਖਾਂ ਆਪਣੀਆਂ ਫੌਜਾਂ ਨਾਲ ਦਰਿਆ ਅਟਕ ਪਾਰ ਕਰਕੇ ਦਰਬਾਰ ਦੇ ਇਲਾਕੇ ਵਿੱਚ ਦਾਖਲ ਹੋ ਗਿਆ। ਮਹਾਰਾਜੇ ਨੇ ਵੀ ਤੁਰਤ ਉੱਤਰ ਵੱਲ ਕੂਚ ਕਰਕੇ ਰੋਹਤਾਸ ਜਾ ਕੇ ਡੇਰਾ ਲਾ ਲਿਆ। ਅਫਗਾਨ ਹੁਣ ਪੰਜਾਬੀਆਂ ਨੂੰ ਲਾਂਭੇ ਛੱਡ ਕੇ ਕਸ਼ਮੀਰ ਵਿੱਚ ਦਾਖਲ ਨਹੀਂ ਹੋ ਸਕਦੇ ਸਨ। ਰਣਜੀਤ ਸਿੰਘ ਨੇ ਆਪਣਾ ਦੂਤ ਵਜ਼ੀਰ ਫਤਿਹ ਖਾਂ ਕੋਲ ਇਹ ਜਾਣਨ ਲਈ ਭੇਜਿਆ ਕਿ ਪੰਜਾਬ ਵਿੱਚ ਦਾਖਲ ਹੋਣ ਪਿੱਛੇ ਉਸ ਦਾ ਕੀ ਮੰਤਵ ਸੀ। ਵਜ਼ੀਰ ਨੇ ਮਹਾਰਾਜੇ ਨਾਲ ਮੁਲਾਕਾਤ ਕਰਨ ਲਈ ਬੇਨਤੀ ਕੀਤੀ। ਉਹ ਪੂਰੀ ਤਰ੍ਹਾਂ ਹਥਿਆਰਬੰਦ 18 ਭਰਾਵਾਂ ਨਾਲ ਇਸ ਤਰ੍ਹਾਂ ਤਿਆਰੀ ਕਰਕੇ ਆਇਆ ਕਿ ਜੇ ਰਣਜੀਤ ਸਿੰਘ ਕਸ਼ਮੀਰ ਉੱਪਰ ਸਾਂਝਾ ਹਮਲਾ ਕਰਨ ਲਈ ਸਹਿਮਤ ਨਾ ਹੋਇਆ ਤਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਮਹਾਰਾਜੇ ਨੂੰ ਕਤਲ ਕਰਨ ਦੀ ਲੋੜ ਹੀ ਨਹੀਂ ਸੀ, ਕਿਉਂਕਿ ਮਹਾਰਾਜੇ ਨੇ ਕਸ਼ਮੀਰ ਦੀ ਅੱਧੀ ਲੁੱਟ ਤੇ ਸਾਲਾਨਾ 9 ਲੱਖ ਖਰਾਜ ਲੈਣ ਬਾਰੇ ਸਹਿਮਤੀ ਪ੍ਰਗਟ ਕਰ ਦਿੱਤੀ ਸੀ। ਇਸ ਗੱਲ ਵਿੱਚ ਸੰਦੇਹ ਹੈ ਕਿ ਦਰਬਾਰ ਆਪਣੇ ਵਚਨ 'ਤੇ ਪਾਬੰਦ ਰਹਿਣਾ ਚਾਹੁੰਦਾ ਸੀ ਤੇ ਅਫਗਾਨਾਂ ਦੀ ਵੀ ਆਪਣੇ ਵਚਨਾਂ 'ਤੇ ਪਾਬੰਦ ਰਹਿਣ ਦੀ ਕੋਈ ਖੁਆਇਸ਼ ਨਹੀਂ ਸੀ। ਦਰਬਾਰ ਨੇ ਆਪਣੇ ਸਭ ਤੋਂ ਯੋਗ ਜਰਨੈਲਾਂ ਮੋਹਕਮ ਚੰਦ ਤੇ ਦਲ ਸਿੰਘ ਅਧੀਨ 12,000 ਫੌਜ ਅਫਗਾਨਾਂ ਦੇ ਨਾਲ ਜਾਣ ਲਈ ਭੇਜੀ। ਦੋਵੇਂ ਫੌਜਾਂ 1 ਦਸੰਬਰ 1812 ਨੂੰ ਜੇਲਮ ਤੋਂ ਤੁਰੀਆਂ। ਪੰਜਾਬੀਆਂ ਨੇ ਰਜੌਰੀ ਦੇ ਰਸਤੇ ਅਫਗਾਨਾਂ ਨੂੰ ਨਾਲ ਲਿਜਾ ਕੇ ਆਪਣਾ ਭਰੋਸਾ ਉਹਨਾਂ 'ਤੇ ਪ੍ਰਗਟ ਕੀਤਾ। ਜਿਹੜਾ ਇਲਾਕਾ ਪਹਿਲਾਂ ਹੀ ਪੰਜਾਬੀਆਂ ਦੇ ਅਧੀਨ ਸੀ ਤੇ ਉਹਨਾਂ ਨੇ ਮੁਜ਼ੱਫਰਾਬਾਦ ਦਾ ਰਸਤਾ ਨਾ ਅਪਣਾਇਆ, ਜੋ ਉਸ ਸਮੇਂ ਬਰਫ਼ ਨਾਲ ਢਕਿਆ ਹੋਇਆ ਸੀ। ਚਤਰ ਤੇ ਸੂਝਵਾਨ ਮੋਹਕਮ ਚੰਦ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਅਫਗਾਨ ਉਹਨਾਂ ਨਾਲ ਧੋਖਾ ਕਰਨਾ ਚਾਹੁੰਦੇ ਸਨ ਤੇ ਉਸਨੇ ਮਹਾਰਾਜੇ ਨੂੰ ਇਸ ਸੰਬੰਧੀ ਸੁਚੇਤ ਵੀ ਕਰ ਦਿੱਤਾ। ਇਹ ਇਤਲਾਹ ਮਿਲ ਜਾਣ 'ਤੇ ਵੀ ਕਿ ਵਜ਼ੀਰ ਨੇ 2 ਵੱਡੇ ਕਿਲਿਆਂ ਉੱਪਰ ਸਣੇ ਉਹਨਾਂ ਦੇ ਖਜ਼ਾਨਿਆਂ 'ਤੇ ਅਧਿਕਾਰ ਕਰ ਲਿਆ ਹੈ ਤੇ ਉਸਨੇ ਆਪਣਾ ਇਕਰਾਰ ਸਮਝੌਤੇ ਅਨੁਸਾਰ ਪੂਰਾ ਨਹੀਂ ਕੀਤਾ। ਮਹਾਰਾਜੇ ਨੇ ਮੋਹਕਮ ਚੰਦ ਨੂੰ ਲਿਖਿਆ ਕਿ ਉਹ ਕੋਈ ਅਸੰਤੋਸ਼ ਜਾਂ ਸ਼ੱਕ ਜ਼ਾਹਰ ਨਾ ਕਰੇ ਤੇ ਫਤਿਹ ਖਾਂ ਦੀ ਇੱਛਾ ਅਨੁਸਾਰ ਚੱਲੇ, ਤੇ ਜੇ ਉਸਨੇ ਸਹੁੰ ਸੁਗੰਧਾ ਖਾ ਕੇ ਕੀਤੀ ਹੋਈ ਸੰਧੀ ਦੀ ਉਲੰਘਣਾ ਕੀਤੀ ਤਾਂ ਉਸ ਨਾਲ ਹਿਸਾਬ ਕਿਤਾਬ ਬਰਾਬਰ ਕਰ ਲਿਆ ਜਾਵੇਗਾ। ਫਤਿਹ ਖਾਂ ਛੇਤੀ ਦਰਬਾਰ ਦੇ ਇਲਾਕੇ ਵਿੱਚ ਦੀ ਲੰਘਦਾ ਗਿਆ ਤੇ ਮੋਹਕਮ ਚੰਦ ਤੋਂ 2 ਮੰਜ਼ਲਾਂ ਅੱਗੇ ਪਹੁੰਚ ਗਿਆ। ਦੀਵਾਨ ਨੂੰ ਪਤਾ ਸੀ ਕਿ ਜੇ ਅਫਗਾਨ ਪਹਿਲਾਂ ਟੀਚੇ 'ਤੇ ਪਹੁੰਚ ਗਿਆ ਤਾਂ ਸ਼ਾਹ ਸ਼ੁਜਾ ਦੀ ਕਿਸਮਤ ਦਾ ਭੋਗ ਪੈ ਜਾਵੇਗਾ। ਉਸਨੇ ਛੋਟੇ ਰਸਤੇ ਜਾ ਕੇ ਸ਼ੇਰਗੜ੍ਹ ਦੇ ਕਿਲੇ ਵਿੱਚ ਪਹਿਲਾਂ ਪਹੁੰਚ ਕੇ ਅਫਗਾਨਾਂ ਨੂੰ ਹੈਰਾਨ ਕਰ ਦਿੱਤਾ, ਜਿੱਥੇ ਸ਼ਾਹ ਸ਼ੁਜਾ ਕੈਦ ਕੀਤਾ ਹੋਇਆ ਸੀ। ਕਿਲੇ ਨੂੰ ਬਿਨਾਂ ਕਿਸੇ ਵਿਰੋਧ ਦੇ ਕਬਜ਼ੇ ਵਿੱਚ ਲੈ ਲਿਆ ਗਿਆ। ਜਦੋਂ ਅਫਗਾਨ ਲੁੱਟਮਾਰ ਵਿੱਚ ਰੁੱਝੇ ਹੋਏ ਸਨ ਤਾਂ ਪੰਜਾਬੀ ਤਹਿਖਾਨੇ ਤੇ ਕਿਲੇ ਦੀਆਂ ਕੈਦ ਕੋਠੜੀਆਂ ਦੀ ਖੋਜਬੀਨ ਕਰਕੇ ਸ਼ਾਹ ਸ਼ੁਜਾ ਨੂੰ ਲੱਭ ਕੇ ਆਪਣੇ ਡੇਰੇ ਵਿੱਚ ਚੋਰੀ ਲੈ ਗਏ। ਜਦੋਂ ਵਜ਼ੀਰ ਫਤਿਹ ਖਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਮੰਗ ਕੀਤੀ ਕਿ ਸ਼ਾਹ ਉਸ ਦੇ ਹਵਾਲੇ ਕੀਤਾ ਜਾਵੇ। ਦੀਵਾਨ ਨੇ ਜਦੋਂ ਸ਼ਾਹੀ ਜ਼ਰਗਮਾਲ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਜ਼ਬਰਦਸਤੀ ਖੋਹਣ ਦੀ ਕੋਸ਼ਿਸ਼ ਕੀਤੀ। ਇਹ ਕੋਸ਼ਿਸ਼ ਅਸਫਲ ਬਣਾ ਦਿੱਤੀ ਗਈ, ਪਰ ਇਸ ਨਾਲ ਵਜ਼ੀਰ ਨੂੰ ਇੱਕ ਬਹਾਨਾ ਮਿਲ ਗਿਆ ਤੇ ਉਸਨੇ ਇਕਰਾਰ ਅਨੁਸਾਰ ਲੁੱਟ ਦਾ ਅੱਧਾ ਮਾਲ ਦੇਣ ਤੋਂ ਨਾ ਕਰ ਦਿੱਤੀ। ਅਫਗਾਨਾਂ ਨੇ ਬਾਕੀ ਦਾ ਕਸ਼ਮੀਰ ਵੀ ਆਪਣੇ ਅਧਿਕਾਰ ਹੇਠ ਕਰ ਲਿਆ। ਮਹਾਰਾਜੇ ਨੇ ਅਟਕ ਦੇ ਗਵਰਨਰ ਜਹਾਂਦਾਦ ਖਾਨ ਨਾਲ ਸਮਝੌਤੇ ਦੀ ਗੱਲਬਾਤ ਚਲਾਈ, ਜਿਸ ਦੇ ਸਾਥੀ ਅਤਾ ਮੁਹੰਮਦ ਖਾਨ ਨੂੰ ਕਸ਼ਮੀਰ 'ਚੋਂ ਬੇਦਖਲ ਕਰ ਦਿੱਤਾ ਗਿਆ ਸੀ ਤੇ ਜੋ ਬਾਰਕਜ਼ਈਆਂ ਦਾ ਵੀ ਪੈਰੀ ਸੀ। ਜਹਾਂਦਾਦ ਨੇ ਵਜ਼ੀਰਾਬਾਦ ਵਿੱਚ ਜਾਗੀਰ ਦੀ ਪੇਸ਼ਕਸ਼ ਪ੍ਰਵਾਨ ਕਰਕੇ ਅਟਕ ਦਾ ਕਿਲਾ ਦਰਬਾਰ ਦੇ ਏਲਚੀ ਫਕੀਰ ਅਜ਼ੀਜ਼ ਉਦੋਦੀਨ ਦੇ ਹਵਾਲੇ ਕਰ ਦਿੱਤਾ। ਵਜ਼ੀਰ ਫਤਿਹ ਖਾਂ ਨੂੰ ਇਹ ਜਾਣ ਕੇ ਬੜੀ ਨਿਰਾਸ਼ਤਾ ਹੋਈ ਕਿ ਉਹ ਕਿਲਾ ਜੋ ਭਾਰਤ ਦਾ ਸੰਤਰੀ ਯਾਨੀ ਪਹਿਰੇਦਾਰ ਸਮਝਿਆ ਜਾਂਦਾ ਸੀ, ਪੰਜਾਬੀਆਂ ਦੇ ਹੱਥਾਂ ਵਿੱਚ ਚਲਾ ਗਿਆ ਸੀ।
ਉਹ ਵਿਸ਼ਵਾਸਘਾਤ ਬਾਰੇ ਜ਼ੋਰਦਾਰ ਵਿਰੋਧ ਨਾਲ ਚੀਕ ਚਹਾੜਾ ਪਾਉਣ ਲੱਗਾ। ਉਸਨੇ ਆਪਣੇ ਭਰਾ ਆਜ਼ਮ ਖਾਨ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ ਤੇ ਆਪ ਪੇਸ਼ਾਵਰ ਮੁੜ ਗਿਆ। ਉੱਥੇ ਜਾ ਕੇ ਉਸਨੇ ਮਹਾਰਾਜੇ ਨੂੰ ਕਈ ਅਪਮਾਨਜਨਕ ਖੱਤ ਲਿਖੇ ਕਿ ਉਹ ਅਟਕ ਦਾ ਕਿਲਾ ਖਾਲੀ ਕਰ ਦੇਵੇ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਕੋਹਿਨੂਰ ਦਾ ਪ੍ਰਸੰਗ। ਸ਼ਾਹ ਜ਼ੁਜ਼ਾ ਦਾ ਲਾਹੌਰ ਵਿੱਚ ਬੜੀ ਠਾਠ-ਬਾਠ ਨਾਲ ਵਿਧੀਪੂਰਵਕ ਸਵਾਗਤ ਕੀਤਾ ਗਿਆ, ਜਿਸ ਤਰ੍ਹਾਂ 1 ਸਾਲ ਪਹਿਲਾਂ ਉਸਦੇ ਭਰਾ ਦਾ ਕੀਤਾ ਗਿਆ ਸੀ। ਉਸ ਨੂੰ ਵਫਾ ਬੇਗਮ ਦੇ ਸਪੁਰਦ ਕਰ ਦਿੱਤਾ ਗਿਆ ਤੇ ਉਸ ਨੂੰ ਕੋਹਿਨੂਰ ਹੀਰਾ ਸੌਂਪ ਕੇ ਆਪਣਾ ਵਚਨ ਪੂਰਾ ਕਰਨ ਲਈ ਕਿਹਾ ਗਿਆ। ਕਸ਼ਮੀਰ ਦੀ ਮੁਹਿੰਮ ਮਹਾਰਾਜੇ ਲਈ ਮਹਿੰਗੀ ਸਾਬਤ ਹੋਈ ਸੀ। ਦਰਬਾਰ ਦੇ 1000 ਸੈਨਿਕ ਮਾਰੇ ਗਏ ਸਨ। ਬਾਰਕਜ਼ਈਆਂ ਨੇ ਸਾਰੇ ਪ੍ਰਾਂਤ ਅਤੇ ਲੁੱਟ ਦੇ ਮਾਲ 'ਤੇ ਅਧਿਕਾਰ ਕਰ ਲਿਆ ਸੀ ਤੇ ਦਰਬਾਰ ਦਾ ਖਜ਼ਾਨਾ ਖਾਲੀ ਹੋ ਗਿਆ ਸੀ। ਬੇਗਮ ਦਰਬਾਰ ਦੀ ਹੀਰੇ ਬਾਰੇ ਬੇਨਤੀ ਟਾਲ ਮਟੋਲ ਕਰਦੀ ਰਹੀ। ਮਹਾਰਾਜਾ ਉਸ ਨੂੰ ਇਤਨੀ ਅਦੁੱਤੀ ਤੇ ਦੁਰਲੱਭ ਵਸਤੂ ਦੇਣ ਦੀ ਝਿਜਕ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਇਸ ਲਈ ਉਸ ਨੂੰ ਮਹਾਰਾਜੇ ਨੇ 3 ਲੱਖ ਰੁਪਏ ਨਗਦ ਸੰਕੇਤ ਵਜੋਂ ਤੇ 50,000 ਰੁਪਏ ਸਾਲਾਨਾ ਦੀ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ, ਪਰੰਤੂ ਇਸ ਨਾਲ ਵੀ ਬੇਗਮ ਤੇ ਉਸ ਦੇ ਪਤੀ ਨੇ ਸਹਿਮਤੀ ਪ੍ਰਗਟ ਨਾ ਕੀਤੀ। ਰਣਜੀਤ ਸਿੰਘ ਦਾ ਧੀਰਜ ਮੁੱਕ ਗਿਆ ਤੇ ਉਸਨੇ ਕੋਹਿਨੂਰ ਹਵਾਲੇ ਕਰਨ ਦੇਣ ਦਾ ਆਖਰੀ ਹੁਕਮ ਸੁਣਾ ਦਿੱਤਾ ਤੇ ਅਫਗਾਨ ਪਰਿਵਾਰ 'ਤੇ ਪਹਿਰਾ ਲਾ ਦਿੱਤਾ। ਉਹਨਾਂ ਦੀ ਰਸਦ ਵੀ ਘਟਾ ਦਿੱਤੀ ਗਈ ਤੇ ਆਖਰ ਕੁਝ ਦਿਨਾਂ ਪਿੱਛੋਂ ਅਫਗਾਨਾਂ ਨੇ 1 ਜੂਨ 1813 ਨੂੰ ਹੀਰਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਸ਼ਾਹ ਸੂਜ਼ਾ ਇਸ ਘਾਟੇ ਨਾਲ ਕੰਗਾਲ ਨਹੀਂ ਹੋ ਗਿਆ ਸੀ। ਉਸ ਨੂੰ ਅਜੇ ਵੀ ਲਾਹੌਰ ਦਰਬਾਰ ਤੋਂ ਗੁਜ਼ਾਰਾ ਪੱਤਾ ਮਿਲਦਾ ਸੀ ਤੇ ਅਜੇ ਵੀ ਜਿਵੇਂ ਪਿੱਛੋਂ ਸਿੱਧ ਹੋ ਗਿਆ ਸੀ, ਉਸ ਕੋਲ ਕਾਫੀ ਸੋਨਾ, ਗਹਿਣੇ ਤੇ ਹੀਰੇ ਸਨ। ਅਫਗਾਨਾਂ ਉੱਪਰ ਪੰਜਾਬੀਆਂ ਦੀ ਪਹਿਲੀ ਜਿੱਤ। ਅਟਕ ਦੀ ਲੜਾਈ, ਜੁਲਾਈ 1813। ਵਜ਼ੀਰ ਫਤਿਹ ਖਾਨ ਨੇ ਦਰਬਾਰ ਨਾਲ ਅਟਕ ਦਾ ਕਿਲਾ ਹਵਾਲੇ ਕਰਨ ਦੀ ਗੱਲਬਾਤ ਸ਼ੁਰੂ ਕੀਤੀ। ਉਸਨੇ ਮਹਾਰਾਜੇ ਨਾਲ ਦੋਸਤੀ ਦਾ ਦਾਅਵਾ ਜਤਾਇਆ ਤੇ ਉਸ ਦੀ ਵਡਿਆਈ ਵਾਲੇ ਸ਼ਬਦਾਂ ਤੇ ਤੋਹਫਿਆਂ ਨਾਲ ਉਸ ਨੂੰ ਭਰਮਾਉਣ ਤੇ ਚਾਪਲੂਸੀ ਕਰਨ ਦੀ ਕੋਸ਼ਿਸ਼ ਕੀਤੀ ਤੇ ਵਚਨ ਦਿੱਤਾ ਕਿ ਉਹ ਮੁਲਤਾਨ ਜਿੱਤ ਕੇ ਦਰਬਾਰ ਦੇ ਹਵਾਲੇ ਕਰੇਗਾ। ਦਰਬਾਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਫਤਿਹ ਖਾਨ ਪਹਿਲਾਂ ਮੁਲਤਾਨ ਜਿੱਤ ਕੇ ਦੇਵੇ ਤੇ ਫਿਰ ਅਟਕ ਬਾਰੇ ਗੱਲਬਾਤ ਕਰੇ। ਦਰਬਾਰ ਨੇ ਉਸ ਸਮੇਂ ਤੱਕ ਅਫਗਾਨਾਂ ਨਾਲ ਪੱਤਰ ਵਿਹਾਰ ਜਾਰੀ ਰੱਖਿਆ ਜਦ ਤੱਕ ਪੰਜਾਬੀ ਸੈਨਾ ਕਿਲੇ ਦੀ ਸਹਾਇਤਾ ਲਈ ਨਾ ਪਹੁੰਚੀ। ਅਟਕ ਦੇ ਕਿਲੇ ਨੂੰ ਵਧੇਰੇ ਸੁਰੱਖਿਅਤ ਕਰਨ ਲਈ ਦਰਬਾਰ ਦੀ ਸੈਨਾ ਨੇ ਹਰੀਪੁਰ ਦੀ ਅਗਲੀ ਚੌਕੀ 'ਤੇ ਵੀ ਅਧਿਕਾਰ ਕਰ ਲਿਆ। ਵਜ਼ੀਰ ਫਤਿਹ ਖਾਨ ਨੇ ਆਸ-ਪਾਸ ਦੇ ਕਬਾਇਲੀਆਂ ਨੂੰ ਇਕੱਠਾ ਕਰਕੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਕਾਫਰਾਂ ਵਿਰੁੱਧ ਜਹਾਦ ਛੇੜਨ ਦਾ ਐਲਾਨ ਕਰ ਦਿੱਤਾ। 3 ਮਹੀਨੇ ਲਈ ਪੰਜਾਬ ਤੇ ਅਫਗਾਨ ਆਮੋ ਸਾਹਮਣੇ ਬਿਨਾਂ ਕਿਸੇ ਵੱਡੀ ਲੜਾਈ ਦੇ ਡਟੇ ਰਹੇ। ਸਿਆਲ ਲੰਘਿਆ ਤਾਂ ਬਹਾਰ ਦਾ ਸੁਖਾਵਾਂ ਮੌਸਮ ਆ ਗਿਆ ਤੇ ਫਿਰ ਸਖਤ ਗਰਮੀ ਦਾ ਮੌਸਮ ਆ ਗਿਆ। ਦੀਵਾਨ ਮੁਹਕਮ ਚੰਦ ਨੇ ਆਪਣੀ ਯੁੱਧ ਯੁਕਤੀ ਵਿੱਚ ਤਬਦੀਲੀ ਕਰਕੇ ਆਪਣੀਆਂ ਫੌਜਾਂ ਅਫਗਾਨਾਂ ਤੇ ਅਟਕ ਦਰਿਆ ਦੇ ਦਰਮਿਆਨ ਲਿਆ ਖੜੀਆਂ ਕੀਤੀਆਂ। ਉਸਨੇ ਵੈਰੀ ਨੂੰ ਅਟਕ ਦਰਿਆ ਤੋਂ ਪਾਣੀ ਲੈਣ ਵਿੱਚ ਵਿਘਨ ਪਾ ਦਿੱਤਾ ਤੇ ਉਸ ਨੂੰ ਹਮਲਾ ਕਰਨ ਲਈ ਮਜਬੂਰ ਕਰ ਦਿੱਤਾ। ਇਹ ਲੜਾਈ, ਜੋ ਕਿਲੇ ਦੇ ਉੱਤਰ ਪੂਰਬ ਵਿੱਚ ਮਨਸਰ ਦੇ ਮੈਦਾਨ ਵਿੱਚ ਲੜੀ ਗਈ ਸੀ, ਇਸ ਵਿੱਚ ਅਫਗਾਨ ਦਰਿਆ ਵੱਲ ਵਧਣ ਲਈ ਘੇਰਾ ਤੋੜਨ ਲਈ ਧਾਵਾ ਬੋਲਦੇ ਤੇ ਪੰਜਾਬੀ ਉਹਨਾਂ ਨੂੰ ਪਿੱਛੇ ਧੱਕਣ ਦੇ ਯਤਨ ਕਰਦੇ ਰਹੇ। ਅਫਗਾਨਾਂ ਨੂੰ ਹੁਮਸ ਭਰੀ ਗਰਮੀ ਤੇ ਪਿਆਸ ਬੁਝਾਉਣ ਲਈ ਪਾਣੀ ਦੀ ਇੱਕ ਵੀ ਬੂੰਦ ਤੋਂ ਬਿਨਾਂ ਲੜਨਾ ਪਿਆ। ਜਦੋਂ ਮੋਹਕਮ ਚੰਦ ਨੇ ਵੇਖਿਆ ਕਿ ਅਫਗਾਨਾਂ ਦਾ ਦਬਾਅ ਘਟ ਗਿਆ ਤਾਂ ਉਸਨੇ ਘੋੜਸਵਾਰ ਸੈਨਾ ਨੂੰ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਅਫਗਾਨ ਕਤਾਰਾਂ ਤੋੜ ਕੇ ਭੱਜ ਤੁਰੇ। ਜੰਗ ਦੇ ਮੈਦਾਨ ਵਿੱਚ ਉਹਨਾਂ ਦੇ 2000 ਸੈਨਿਕ ਮਾਰੇ ਗਏ ਤੇ ਉਹਨਾਂ ਦੀਆਂ ਭਾਰੀ ਤੋਪਾਂ ਤੇ ਸਾਜ਼ੋ ਸਮਾਨ ਜੇਤੂਆਂ ਦੇ ਹੱਥ ਲੱਗਾ। ਇਹ ਪੰਜਾਬੀਆਂ ਦੀ ਅਫਗਾਨਾਂ ਤੇ ਪਠਾਨਾਂ ਉੱਪਰ ਪ੍ਰਾਪਤ ਕੀਤੀ ਪਹਿਲੀ ਜਿੱਤ ਸੀ। ਇਹ ਜਿੱਤ ਅਟਕ ਦੇ ਮੈਦਾਨ ਵਿੱਚ ਪ੍ਰਾਪਤ ਹੋਈ ਸੀ, ਇਸ ਲਈ ਇਸ ਦੀ ਮਹੱਤਤਾ ਹੋਰ ਵੀ ਜ਼ਿਆਦਾ ਸੀ। ਅਟਕ ਦੇ ਕਿਲੇ ਨੂੰ 1802 ਈਸਵੀ ਵਿੱਚ ਮਹਿਮੂਦ ਗਜ਼ਨਵੀ ਨੇ ਰਾਜਾ ਜੈਪਾਲ ਤੋਂ ਖੋਲ੍ਹਿਆ ਸੀ ਤੇ ਉਸ ਸਮੇਂ ਤੋਂ ਹੀ ਇਹ ਵਿਦੇਸ਼ੀ ਹੱਥਾਂ ਵਿੱਚ ਰਿਹਾ ਸੀ। ਇਸ ਉੱਪਰ ਮੁੜ ਕਬਜ਼ਾ ਹੋ ਜਾਣ ਨਾਲ ਉੱਤਰੀ ਭਾਰਤ ਪਠਾਨਾਂ ਤੇ ਅਫਗਾਨਾਂ ਦੇ ਖਤਰੇ ਤੋਂ ਮੁਕਤ ਹੋ ਗਿਆ ਸੀ। ਜਦੋਂ ਜਿੱਤ ਦੀ ਖਬਰ ਲਾਹੌਰ ਪਹੁੰਚੀ ਤਾਂ ਸ਼ਹਿਰ ਖੁਸ਼ੀਆਂ ਨਾਲ ਝੂਮ ਉੱਠਿਆ। ਲੋਕ ਗਾਉਂਦੇ ਨੱਚਦੇ ਹੋਏ ਗਲੀਆਂ ਬਾਜ਼ਾਰਾਂ ਵਿੱਚ ਆ ਗਏ ਤੇ ਨਾਅਰੇ ਲਾ ਲਾ ਕੇ ਆਪਣੇ ਗਲ ਬਿਠਾ ਲਏ। ਮਹਾਰਾਜਾ ਆਪਣੀ ਪਰਜਾ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਮਹਿਲ ਤੋਂ ਬਾਹਰ ਆਇਆ ਤੇ ਖੁਸ਼ੀ ਮਨਾ ਰਹੇ ਹਜੂਮ ਤੇ ਉਸਨੇ ਆਪਣੇ ਸੁਭਾਅ ਅਨੁਸਾਰ ਬਖਸ਼ਿਸ਼ਾਂ ਦਾ ਮੀਂਹ ਵਰ੍ਹਾ ਦਿੱਤਾ। ਜਦੋਂ ਸੈਨਾ ਪਠਾਨਾਂ ਨਾਲ ਯੁੱਧ ਵਿੱਚ ਲੱਗੀ ਹੋਈ ਸੀ ਤੇ ਮਹਾਰਾਜੇ ਦਾ ਧਿਆਨ ਪੂਰੀ ਤਰ੍ਹਾਂ ਸੀਮਾਂਤ ਸਮੱਸਿਆਵਾਂ ਵੱਲ ਲੱਗਾ ਹੋਇਆ ਸੀ ਤਾਂ ਸ਼ਾਹ ਸੂਜ਼ਾ ਨੇ ਦਰਬਾਰ ਦਾ ਤਖਤਾ ਪਲਟਾਉਣ ਲਈ ਇੱਕ ਘਿਨੌਣੀ ਸਾਜ਼ਿਸ਼ ਘੜ ਲਈ। 23 ਜੂਨ 1813 ਦਾ ਅਖਬਾਰ ਇਸ ਘਟਨਾ ਦਾ ਵਰਣਨ ਕਰਦਾ ਹੈ। ਪੁਲਿਸ ਥਾਣੇ ਦਾ ਮੁਖੀ ਪੀਰ ਬਾਤਿਸ਼ ਆਇਆ ਤਾਂ ਉਸਨੇ ਬਿਆਨ ਕੀਤਾ ਕਿ ਹਜ਼ਰਤ ਸੁਜ਼ਾ ਉਲ ਮਲਕ ਦੇ ਕੁਝ ਸਾਥੀਆਂ ਨੇ ਆਪਣੀ ਮਰਜ਼ੀ ਨਾਲ ਆਪਣੀ ਮੋਹਰ ਲਾ ਕੇ ਸਰਦਾਰ ਫਤਿਹ ਖਾਨ ਵਜ਼ੀਰ ਖਾਨ ਨੂੰ ਖਤ ਭੇਜੇ ਹਨ। ਉਹਨਾਂ ਖਤਾਂ ਨੂੰ ਲਿਜਾਣ ਵਾਲਾ ਕੈਦ ਕਰਕੇ ਲਿਆਂਦਾ ਗਿਆ ਹੈ, ਇਸ ਲਈ ਉਸਨੇ ਉਹ ਖਤ ਸਰਕਾਰ ਦੇ ਯਾਨੀ ਰਣਜੀਤ ਸਿੰਘ ਸਪੁਰਦ ਕਰ ਦਿੱਤੇ ਹਨ। ਉਹਨਾਂ ਖਤਾਂ ਵਿੱਚ ਲਿਖਿਆ ਗਿਆ ਸੀ ਕਿ ਮੁਹਤਰਮ ਸਰਕਾਰ ਇਸ ਵੇਲੇ ਲਾਹੌਰ ਵਿੱਚ ਇਕੱਲੀ ਹੈ, ਉਸ ਦੇ ਕੋਲ ਕੋਈ ਫੌਜ ਨਹੀਂ ਹੈ ਤੇ ਜੇ ਉਹ ਯਾਨੀ ਵਜ਼ੀਰ ਆਪਣੀ ਫੌਜ ਭੇਜ ਦੇਵੇ ਤਾਂ ਲਾਹੌਰ ਨੂੰ ਜਿੱਤ ਲੈਣਾ ਮੁਸ਼ਕਲ ਨਹੀਂ ਹੋਵੇਗਾ। ਰਣਜੀਤ ਸਿੰਘ ਹੋਛੇ ਤੇ ਗੁਸੈਲੇ ਸੁਭਾਅ ਦਾ ਵਿਅਕਤੀ ਨਹੀਂ ਸੀ। ਹਾਂ, ਜੇਕਰ ਉਸ ਨੂੰ ਇੱਕ ਵਾਰ ਗੁੱਸਾ ਆ ਜਾਏ ਤਾਂ ਉਸ ਨੂੰ ਕਾਬੂ ਕਰਨਾ ਬਹੁਤ ਔਖਾ ਹੁੰਦਾ ਸੀ।
ਤੇ ਉਹ ਕੁਝ ਵੀ ਕਰ ਸਕਦਾ ਸੀ। ਉਸਨੇ ਸੁਜ਼ਾਹ ਤੋਂ ਇਸ ਹਰਕਤ ਦਾ ਜਵਾਬ ਮੰਗਿਆ ਤੇ ਜਦੋਂ ਉਸਨੂੰ ਯਕੀਨ ਹੋ ਗਿਆ ਕਿ ਸ਼ਾਹ ਝੂਠ ਬੋਲ ਰਿਹਾ ਸੀ ਤਾਂ ਉਸਨੇ ਉਹ ਆਦਮੀ ਗ੍ਰਿਫਤਾਰ ਕਰ ਲਏ ਤੇ ਸ਼ਾਹ ਨੂੰ ਬਾਕੀ ਰਹਿੰਦੇ ਧਨ ਤੋਂ ਵੀ ਵੰਚਿਤ ਕਰ ਦਿੱਤਾ। ਉਸ ਪਿੱਛੋਂ ਅਫਗਾਨ ਪਰਿਵਾਰ ਉੱਪਰ ਪਹਿਰਾ ਕੁਝ ਨਰਮ ਕਰ ਦਿੱਤਾ ਗਿਆ ਤੇ ਪਰਿਵਾਰ ਦੀ ਲਾਮਡੋਰੀ ਨੂੰ ਨਕਲੋ ਹਰਕਤ ਦੀ ਆਜ਼ਾਦੀ ਦੇ ਦਿੱਤੀ ਗਈ। ਇਸ ਨਿਗਰਾਨੀ ਵਿੱਚ ਆਈ ਢਿੱਲ ਨਾਲ ਪਹਿਲਾਂ ਬੇਗਮ ਤੇ ਫਿਰ ਸ਼ਾਹ ਨੂੰ ਲਾਹੌਰ ਵਿੱਚੋਂ ਨੱਠ ਕੇ ਅੰਗਰੇਜ਼ੀ ਇਲਾਕੇ ਵਿੱਚ ਜਾਣ ਦਾ ਮੌਕਾ ਮਿਲ ਗਿਆ। ਬਾਕੀ ਅਗਲੇ ਖੰਡ 15 ਵਿੱਚ। ਧੰਨਵਾਦ।